ਅੱਛਾ ਜੀ, ਮੈਂ ਓਮਾਨ ਦੇ ਵੀਜ਼ੇ ਦਾ ਮੁਤਲਕ ਤੁਹਾਨੂੰ ਅਪਡੇਟ ਦੇਣਾ, ਖਬਰਾਂ ਦੇਣਾ। ਅੱਜ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਕਿ ਕਿਸੇ ਪਿੰਡ ਦਾ ਕੋਈ ਮੌਲਵੀ ਸੀ ਜਾਂ ਕਾਰੀ ਸੀ, ਇਮਾਮਤ ਕਰਵਾਉਂਦਾ ਸੀ ਮਸਜਿਦ ਦੇ ਵਿੱਚ, ਅਤੇ ਉਹਨੇ ਹਰ ਜੁਮੇ ਐਲਾਨ ਕਰਨਾ। ਮਾੜੇ ਵਕਤ ਸਨ, ਲੋਕਾਂ ਕੋਲ ਰੁਪਈਆ ਪੈਸਾ ਧੇਲਾ ਕੋਈ ਨਹੀਂ ਸੀ ਹੁੰਦਾ, ਅਤੇ ਉਹਨੇ ਐਲਾਨ ਕਰਨਾ ਕਿ ਮਸਜਿਦ ਦੀ ਖਿਦਮਤ ਕਰੋ, ਮਸਜਿਦ ਨੂੰ ਚੰਦਾ ਦਿਓ। ਲੇਕਿਨ ਪਿੰਡ ਵਾਲਾ ਕੋਈ ਜਿੰਨਾ ਬਣਨਾ ਸਰਨਾ ਥੋੜ੍ਹਾ ਜਿਹਾ ਹੋ ਜਾਣਾ, ਮਸਜਿਦ ਦਾ ਕੰਮ ਨਾ ਹੋਣਾ। ਅਤੇ ਉੱਥੇ ਇੱਕ ਨਮਾਜ਼ੀ ਆ ਕੇ ਬਹਿ ਗਿਆ, ਅਤੇ ਜਦੋਂ ਮੌਲਵੀ ਸਾਹਿਬ ਨੇ ਐਲਾਨ ਕੀਤਾ ਨਾ ਕਿ ਮਸਜਿਦ ਨੂੰ ਚੰਦਾ ਦਿਓ, ਤਾਂ ਉਹਨੇ 1 ਲੱਖ ਰੁਪਈਆ ਮਸਜਿਦ ਨੂੰ ਚੰਦਾ ਦਿੱਤਾ। ਹੁਣ ਕਾਰੀ ਸਾਹਿਬ ਜਿਹੜੇ ਸੀ ਉਸ ਮਸਜਿਦ ਦੇ ਇਮਾਮ ਸਾਹਿਬ, ਉਹ ਬੜੇ ਹੈਰਾਨ ਪਰੇਸ਼ਾਨ। ਉਹਨਾਂ ਨੇ ਆਖਿਆ ਜੀ ਇਹ ਬੰਦੇ ਨੇ 1 ਲੱਖ ਰੁਪਈਆ ਚੰਦਾ ਇਸ ਵਕਤ 'ਚ, ਇਹ ਸੰਨ 85 86 87 ਦੀ ਗੱਲ ਹੈ, ਅੱਜ ਦੀ ਗੱਲ ਨਹੀਂ ਹੈ। ਉਹਨੇ ਕਿਹਾ 1 ਲੱਖ ਰੁਪਈਆ ਇਸ ਬੰਦੇ ਨੇ ਕਿਵੇਂ ਚੰਦਾ ਦੇ ਦਿੱਤਾ। ਲਓ ਜੀ, ਦੂਜਾ ਜੁਮਾ ਆਇਆ ਅਤੇ ਦੂਜੇ ਜੁਮੇ ਫਿਰ ਉਸ ਬੰਦੇ ਨੇ ਐਲਾਨ ਕਰਨ ਤੋਂ ਪਹਿਲਾਂ ਹੀ ਛੋਟੇ ਕਾਰੀ ਨੂੰ ਜਾਂ ਛੋਟੇ ਇਮਾਮ ਨੂੰ ਲੱਖ ਰੁਪਈਆ ਫੜਾਇਆ ਅਤੇ ਜਾਂ ਮੌਲਵੀ ਸਾਹਿਬ ਨੂੰ ਦੇ ਆ। ਅਤੇ ਮੌਲਵੀ ਸਾਹਿਬ ਨੇ ਨਾ ਖੁਤਬੇ ਤੋਂ ਪਹਿਲੇ ਐਲਾਨ ਕਰਤਾ, ਹਾਜੀ ਸਾਹਿਬ ਤੁਸੀਂ ਪਿਛਲੇ ਜੁਮੇ ਵੀ ਚਲੇ ਗਏ ਸੀ ਅਤੇ ਇਸ ਜੁਮੇ ਮੇਰੀ ਗੱਲ ਸੁਣ ਕੇ ਅਤੇ ਫਿਰ ਜਾਇਆ ਜੇ। ਹਾਜੀ ਸਾਹਿਬ ਬਹਿ ਗਏ, ਸਾਰੇ ਨਮਾਜ਼ੀ ਉੱਠ ਕੇ ਜੁਮਾ ਪੜ੍ਹ ਕੇ ਟੁਰ ਗਏ, ਅਤੇ ਕਾਰੀ ਸਾਹਿਬ ਨੇ ਪੁੱਛਿਆ ਤੁਹਾਡਾ ਕਾਰੋਬਾਰ ਕੀ ਹੈ, ਤੁਸੀਂ ਕੀ ਕੰਮ ਕਰਦੇ ਹੋ। ਉਹਨੇ ਕਿਹਾ ਕੰਮ ਕੋਈ ਵੀ ਨਹੀਂ ਕਰਦੇ ਅਸੀਂ, ਮੇਰਾ ਮੁੰਡਾ ਬਾਹਰ ਹੁੰਦਾ ਅਤੇ ਉਹ ਨਾ 30 ਬੰਦੇ ਹਰ ਸਾਲ ਲੈ ਕੇ ਜਾਂਦਾ ਆਪਣੇ ਨਾਲ ਬਾਹਰ ਦੇ ਮੁਲਕ, ਅਤੇ ਫੀ ਬੰਦਾ 1,30,000 ਰੁਪਈਆ ਲੈਂਦਾ। ਇਸ ਤੋਂ ਚੋਖਾ ਕੋਈ ਨਹੀਂ। ਲੱਖ ਰੁਪਈਆ ਪਹਿਲੇ ਦੇਣਾ, 30,000 ਜਿਹੜਾ ਨਾ ਉਹ ਬਾਅਦ ਵਿੱਚ ਦੇਣਾ। ਅਤੇ ਜੇ ਤੁਹਾਡੇ ਕੋਲ ਵੀ 30 ਬੰਦੇ ਹੈ ਨੇ, ਤੁਸੀਂ ਵੀ ਘੱਲ ਸਕਦੇ ਹੋ, ਤਾਂ ਤੁਹਾਡਾ ਮੁੰਡਾ ਜਿਹੜਾ ਹੈ ਇਹ ਫ੍ਰੀ ਜਾਏਗਾ, ਤੁਹਾਡੇ ਮੁੰਡੇ ਦਾ ਕੋਈ ਪੈਸਾ ਨਹੀਂ ਲਿੱਤਾ ਜਾਏਗਾ। ਉਹ ਕਾਰੀ ਸਾਹਿਬ ਬੜੇ ਖੁਸ਼ ਦਿਲੋਂ, ਉਹਨੇ ਆਖਿਆ ਠੀਕ ਹੈ ਜੀ। ਉਹਨੇ ਤੈਨੂੰ ਆਖ, ਮੈਨੂੰ ਆਖ, ਸਾਰਿਆਂ ਨਮਾਜ਼ੀਆਂ ਨੂੰ ਆਖ, ਆਂਢ ਗੁਆਂਢ ਆਖ। ਉਹਨੇ ਆਖਿਆ ਜੀ ਤੁਹਾਡੇ ਜਿੰਨੇ ਵੀ ਮੁੰਡੇ ਹੈ ਨਾ ਬਾਹਰ ਦੇ ਮੁਲਕ ਜਾਣਗੇ ਅਤੇ ਫ੍ਰੀ ਜਾਣਗੇ, ਸਿਰਫ ਤੁਸੀਂ 1,30,000 ਰੁਪਈਆ ਦੇਣਾ ਹੈ। ਲੱਖ ਰੁਪਈਆ ਤੁਸੀਂ ਪਹਿਲੇ ਜਮ੍ਹਾਂ ਕਰਾਉਣਾ ਹੈ ਅਤੇ 30,000 ਉੱਥੇ ਅੱਪੜ ਕੇ, ਯਾਨੀ ਕਿ ਉੱਥੇ ਪਹੁੰਚ ਕੇ ਤੁਸੀਂ ਦੇਣਾ। ਹੁਣ ਉਹਨੇ ਕੀ ਕੀਤਾ ਜੀ, ਅਗਲੇ ਜੁਮਾ ਆ ਗਿਆ, ਉਹਨਾਂ ਜੀ 30 ਲੱਖ ਰੁਪਈਆ ਇਕੱਠਾ ਹੋ ਗਿਆ। ਹਾਜੀ ਸਾਹਿਬ ਉਹਨਾਂ ਨੇ 30 ਲੱਖ ਰੁਪਈਆ ਜਿਹੜਾ ਜੀ ਸਾਫੇ 'ਚ ਪਾਇਆ ਅਤੇ ਸਾਫਾ ਪਿੱਛੇ ਸੱਟਿਆ, ਸੱਟ ਕੇ ਅਤੇ ਹਾਜੀ ਸਾਹਿਬ ਗਾਇਬ। ਅੱਜ ਉਡੀਕ, ਕੱਲ੍ਹ ਉਡੀਕ, ਪਰਸੋਂ ਉਡੀਕ, ਮਹੀਨਾ ਲੰਘ ਗਿਆ, 2 ਮਹੀਨੇ ਲੰਘ ਗਏ। ਹੁਣ ਉਹ ਜਿਹੜੇ 30 ਬੰਦੇ ਇਹ ਉਹ ਕਾਰੀ ਸਾਹਿਬ ਦੇ ਜਾਂ ਇਮਾਮ ਮਸਜਿਦ ਦੇ ਪਿੱਛੇ ਪਿੱਛੇ ਵੀ ਤੇਰਾ ਬੰਦਾ ਕਿੱਥੇ। ਹੁਣ ਉਹਨੂੰ ਉਹਦਾ ਬੰਦਾ ਕੋਈ ਨਾ ਲੱਭੇ। ਉਹ ਜਦੋਂ ਕਿਤੇ ਆਮਣਾ ਸਾਹਮਣਾ ਹੋਇਆ, ਸ਼ਹਿਰ 'ਚ ਹੋਇਆ ਜਾਂ ਕਿਸੇ ਪਿੰਡ 'ਚ ਹੋਇਆ, ਤਾਂ ਉਹਨਾਂ ਨੇ ਆਖਿਆ ਜੀ ਤੁਸੀਂ ਤਾਂ ਹਾਜੀ ਸਾਹਿਬ ਬੰਦੇ ਨਾਲ ਲੈ ਕੇ ਜਾਣ ਦਾ ਵਾਅਦਾ ਕੀਤਾ ਸੀ। ਉਹਨਾਂ ਨੇ ਕਿਹਾ ਜੀ ਜਿਵੇਂ ਤੁਹਾਨੂੰ ਲਾਲਚ ਦਿੱਤਾ ਹੈ ਨਾ, ਜਿਵੇਂ ਤੁਹਾਨੂੰ ਸਬਜ਼ ਬਾਗ ਵਿਖਾਇਆ ਹੈ, ਅਤੇ ਇਵੇਂ ਹੀ ਸਾਰਿਆਂ ਨੂੰ ਸਬਜ਼ ਬਾਗ ਵਿਖਾ ਕੇ ਅਤੇ ਮੈਂ ਮਸਜਿਦ ਨੂੰ ਚੰਦਾ ਦੇ ਕੇ ਅਤੇ ਇਹ ਸਾਰਾ ਕੁਛ ਕਰਨਾ ਵਾ। ਅਤੇ ਇਹ ਹਿਸਾਬ ਕਿਤਾਬ ਹੈ ਜਿਹੜੇ ਅੱਜ ਕੱਲ੍ਹ ਦੇ ਏਜੰਟ ਨੇ, ਜਿਨ੍ਹਾਂ ਨੇ ਤੁਹਾਨੂੰ ਸਬਜ਼ ਬਾਗ ਵਿਖਾਣੇ ਹੁੰਦੇ ਨੇ ਜੀ, ਪੈਸੇ ਉੱਥੇ ਅੱਪੜ ਕੇ ਤੁਸੀਂ ਦੇਣੇ ਨੇ। ਅਤੇ ਲਿਹਾਜ਼ਾ ਓਮਾਨ ਦੇ ਵੀਜ਼ੇ ਬੰਦ ਨੇ। ਆਪਣਾ ਵੀ ਖਿਆਲ ਕਰੋ ਅਤੇ ਆਪਣੇ ਨਾਲ ਵਾਲਿਆਂ ਦਾ ਵੀ ਖਿਆਲ ਕਰੋ। ਸਾਰਿਆਂ ਨੂੰ ਸਮਝਾਓ ਕਿ ਫਿਲਹਾਲ ਇਸ ਵਕਤ 'ਚ ਓਮਾਨ ਦੇ ਵੀਜ਼ੇ ਬੰਦ ਨੇ, ਕਿਸੇ ਏਜੰਟ ਨੂੰ ਕੋਈ 1 ਰੁਪਈਆ ਨਹੀਂ ਦੇਣਾ ਤੁਸੀਂ। ਹੁਣ ਮੇਰੀ ਗੱਲ ਸਮਝ ਗਏ ਹੋ। ਵੀਡੀਓ ਨੂੰ ਲਾਈਕ ਕਰਕੇ, ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਅਤੇ ਕਮੈਂਟ ਸੈਕਸ਼ਨ ਨਾਲ ਆਪਣੇ ਪਿਆਰ ਅਤੇ ਮੁਹੱਬਤ ਦਾ ਇਜ਼ਹਾਰ ਕਰਕੇ ਫਿਰ ਤੁਸੀਂ ਜਾਣਾ ਹੈ। ਆਪਣਾ ਰੱਖਿਆ ਜੇ ਖਿਆਲ, ਅਤੇ ਮੈਨੂੰ ਰੱਖਿਆ ਦੁਆਵਾਂ ਯਾਦ। ਅੱਲਾ ਹਾਫਿਜ਼।